ਹਾਂਜੀ ਸੁਬਾ ਬਖੈਰ ਜਨਾਬ। ਦੇਸੀਆਂ ਦਾ ਭਲਾ ਤੇ ਬਾਹਰਲਿਆਂ ਦੀ ਖੈਰ ਜਨਾਬ। ਨੂਨੀ ਹੋਵੇ, ਪਾਕਿਸਤਾਨ ਟੱਟੂ ਇਤਿਹਾਦ ਦਾ ਟੱਟੂ ਹੋਵੇ, ਕੋਈ ਜ਼ਹਿਨੀ ਮਰੀਜ਼ ਹੋਵੇ ਜਾਂ ਕੋਈ ਗੈਰ ਜਨਾਬ, ਸਾਡਾ ਕਿਸੇ ਨਾਲ ਨਹੀਂ ਕੋਈ ਵੀ ਵੈਰ ਜਨਾਬ। ਸਭ ਦਾ भला ਤੇ ਸਭ ਦੀ ਖੈਰ ਜਨਾਬ। सलूट ਤੇ अस्सलाम वालेकुम जनाब। वंस अपॉन अ टाइम एक दफ़ा का जिक्र है। एक दफ़ा की होया कि मैं जा रहा सा गली चों रस्ते वेख्या देसी जो लोग सी खेत ने डोगियां ने बड़ा इलाका है तो मैं वेख्या कि जनाब एक कुत्ता ते एक कुत्ती सुबह सुबह रोमांस के मूड ने कभी छाल मार के इस साइड पे हो रहे हैं, कभी इस पासे हो रहे हैं, कभी जफ्तियां पा रहे हैं, कभी लड़ाई कर रहे हैं, कभी उत्ते थले छाला मार रहे हैं, कभी की मस्त मस्ती मगन मस्त सन मस्ती मगन सन। मेरी उम्र 16 साल तो मैं खलो के वेखन लग गया। दुनिया तो बेखबर, मैंने कोई नहीं पता कोई कोलों जा रहा है या आ रहा है या की हो रहा है। इन्ने च की होया जनाब कि पिछों एक मेरा बेली मेरा दोस्त खनवेज आ गया। उम्र ਉਹਦੀ ਵੀ ਇੰਨੀ ਸੀ। ਉਹਨੇ ਮੈਨੂੰ ਵੇਖਿਆ ਤੇ ਵੇਖ ਕੇ ਕਹਿੰਦਾ ਗੱਲ ਸੁਣ, ਮੈਨੂੰ ਤੇ ਲੱਗਦਾ ਕਿ ਤੇਰੀ ਖਾਹਿਸ਼ ਹੈ ਕਿ ਕਾਸ਼ ਤੂੰ ਕੁੱਤਾ ਹੁੰਦਾ ਤੇ ਇਸ ਰੋਮਾਂਸ ਤੇ ਪਿਆਰ ਮੁਹੱਬਤ ਵਿੱਚ ਇਨਵਾਲਵ ਹੁੰਦਾ ਤੇ ਕਿੱਡਾ ਹੀ ਮਜ਼ਾ ਆਉਂਦਾ। ਤੇ ਮੈਂ ਉਹਨੂੰ ਵੇਖਿਆ ਤੇ ਵੇਖ ਕੇ ਹੱਸਿਆ ਤੇ ਕਿਹਾ ਕਿ ਭਾਈ ਗੱਲ ਤੇ ਤੂੰ ਮੇਰੇ ਦਿਲ ਦੀ ਕੀਤੀ ਹੈ। ਤੇ ਜਨਾਬ ਅੱਜ ਕੱਲ ਪਾਕਿਸਤਾਨ ਟੱਟੂ ਇਤਿਹਾਦ ਵਾਲਿਆਂ ਦਾ PTI ਵਾਲਿਆਂ ਦਾ ਬਿਲਕੁਲ ਉਹੀ ਹਿਸਾਬ ਹੈ। ਤੁਸੀਂ ਖਬਰਾਂ ਖੋਲ ਲਵੋ, ਵੇਖ ਲਵੋ ਖਬਰਾਂ, ਯਕੀਨ ਮੰਨੋ ਬਿਲਕੁਲ ਉਹੀ ਹਿਸਾਬ ਹੈ। ਉਹਨਾਂ ਦੀ ਖਾਹਿਸ਼ ਹੈ ਕਿ ਕਿਸੇ ਵੀ ਤਰ੍ਹਾਂ ਉੱਤੇ ਇਹ ਹਕੂਮਤ ਟੁੱਟੇ ਤੇ ਸਾਡੀ ਹਕੂਮਤ ਆਵੇ ਤੇ ਅਸੀਂ ਆਪਣੇ ਬਦਲੇ ਖੁੱਲ ਕੇ ਲਾਵਾਂ। ਅੰਨਾ ਗੁੱਗੂ ਔਰ ਗਿੱਲ ਸਾਹਿਬ ਦੀ ਖਾਹਿਸ਼ ਇਹ ਹੈ ਸਾਡੀ ਹਕੂਮਤ ਆਵੇ ਤੇ ਮੈਨੂੰ ਜਿਹੜਾ ਨੰਗਾ ਕਰਕੇ ਤੇ ਪੁੱਠਾ ਲਟਕਾਇਆ ਸੀ ਨੇ, ਇਹ ਗੱਲ ਵੈਸੇ ਉਹਨੇ ਇੱਕ ਵਾਰੀ ਨਹੀਂ 100 ਤੋਂ ਜ਼ਿਆਦਾ ਵਾਰੀ ਕਹੀ ਹੋਣੀ ਹੈ। ਉਹ ਆਪੋਂ ਕਹੀ ਸੂ ਕਿ ਜਨਾਬ ਮੈਨੂੰ ਨੰਗਾ ਕੀਤਾ ਸੀ ਨੇ, ਮੈਨੂੰ ਪੁੱਠਾ ਲਟਕਾਇਆ ਸੀ ਨੇ। ਕੱਲ ਦੇ ਪ੍ਰੋਗਰਾਮ ਵਿੱਚ ਵੀ ਕਹਿ ਰਿਹਾ ਸੀ ਕਿ ਜਨਾਬ ਤੁਸੀਂ ਕਹਿੰਦੇ ਹੋ ਕਿ PhD ਅਸੈਂਬਲੀ ਹੋਵੇ ਤੇ ਪਹਿਲੇ ਜਿਹੜੇ PhD ਆਏ ਸਨ ਉਹਨਾਂ ਨਾਲ ਤੁਸੀਂ ਨੇ ਕੀ ਕੀਤਾ, ਪੁੱਠਾ ਕਰਕੇ ਤੇ ਨੰਗਾ ਕਰਕੇ ਲਟਕਾ ਦਿੱਤਾ। ਫਿਰ ਸ਼ਰਮਿੰਦਾ ਹੋ ਕੇ ਤੇ ਕਹਿੰਦਾ ਕਿ ਇਹਦੇ ਤੋਂ ਅੱਗੇ ਮੈਂ ਕੀ ਕਹਾਂ। ਆਪੋਂ ਆਪਣਾ ਹਾਲ ਬਿਆਨ ਕਰ ਰਿਹਾ ਹੁੰਦਾ। ਇਹ ਪਿਛਵਾੜੇ ਕੁਟਾ ਕੇ ਤੇ ਬਾਹਰ ਜਾਣ ਵਾਲਿਆਂ, ਬਾਹਰ ਨੱਸਣ ਵਾਲਿਆਂ ਮੁਜਾਹਿਦਾਂ ਦੀ ਸਭ ਤੋਂ ਵੱਡੀ ਖਾਹਿਸ਼ ਇਹੋ ਹੀ ਹੈ ਕਿ ਜਨਾਬ ਕਿਸੇ ਤਰ੍ਹਾਂ ਤੇ ਇਹ ਹਕੂਮਤ ਜਾਵੇ, ਆਸਮ ਮੁਨੀਰ ਜਾਵੇ ਤੇ ਸਾਡੀ ਹਕੂਮਤ ਆਵੇ ਤੇ ਅਸੀਂ ਆਪਣੇ ਬਦਲੇ ਤੇ ਆਪਣੀਆਂ ਕਸਰਾਂ ਟਿਕਾ ਕੇ ਲਾਵਾਂ ਮੁਖਾਲਫਾਂ ਤੋਂ ਜਿੱਦਾਂ ਕਿ ਉਹ ਪਹਿਲੇ ਕਰ ਰਹੇ ਸਨ। ਅੱਲਾ ਕਰੇਗਾ ਜਨਾਬ ਇਹਨਾਂ ਦੀ ਇਹ ਖਾਹਿਸ਼ ਕਦੀ ਵੀ ਪੂਰੀ ਨਹੀਂ ਹੋਏਗੀ। ਕੱਲ ਜਿਹੜਾ ਵਾਕਿਆ ਹੋਇਆ ਵੈਨਜ਼ੂਏਲਾ ਉੱਤੇ ਜਿਹੜਾ ਅਮਰੀਕਾ ਨੇ ਹਮਲਾ ਕੀਤਾ, ਡੋਨਲਡ ਸਾਹਿਬ ਨੇ ਜਿਹੜਾ ਉਹਦੇ ਬਾਰੇ ਬਿਆਨ ਦਿੱਤੇ ਕਿ ਜਨਾਬ ਵੈਨਜ਼ੂਏਲਾ ਨੂੰ ਹੁਣ ਅਸੀਂ ਚਲਾਵਾਂਗੇ। ਇਹਦੀ ਮਜ਼ਮਤ ਕਰਨ ਦੀ ਬਜਾਏ ਪਾਕਿਸਤਾਨ ਟੱਟੂ ਇਤਿਹਾਦ ਦੇ ਗਿੱਲ, ਇਮਰਾਨ ਰਿਆਜ਼ ਤੇ ਆਫਤਾਬ ਇਕਬਾਲ ਸਾਹਿਬ ਦੇ ਤੁਸੀਂ ਥੰਬਨੇਲ ਦੇਖੋ ਨਾ ਤੇ ਖਾਹਿਸ਼ ਇਹੋ ਹੀ ਨਜ਼ਰ ਆਉਂਦੀ ਹੈ ਕਿ ਜਨਾਬ ਕਾਸ਼ ਵੈਨਜ਼ੂਏਲਾ ਦੀ ਜਗ੍ਹਾ ਤੇ ਹੁੰਦਾ ਪਾਕਿਸਤਾਨ ਤੇ ਅਮਰੀਕਾ ਸ਼ਹਿਬਾਜ਼ ਸ਼ਰੀਫ ਨੂੰ ਚੁੱਕ ਕੇ ਲੈ ਜਾਂਦਾ ਫਿਰ ਆਉਂਦੀ ਸਾਡੀ ਹਕੂਮਤ। ਬਿਲਕੁਲ ਇੱਦਾਂ ਉੱਤੇ ਜਿੱਦਾਂ ਉੱਤੇ ਵੈਨਜ਼ੂਏਲਾ ਦੇ ਵਿੱਚ ਆਪੋਜੀਸ਼ਨ ਵਾਲੇ PTI ਵਾਲੇ ਵੈਨਜ਼ੂਏਲਾ ਦੀ PTI ਅਮਰੀਕਾ ਨੂੰ ਕਹਿ ਰਹੀ ਕਿ ਭਾਈ ਤੂੰ ਬੜਾ ਚੰਗਾ ਕੰਮ ਕੀਤਾ, ਹੁਣ ਤੂੰ ਹਕੂਮਤ ਸਾਨੂੰ ਦੇ ਦੇ। ਉੱਥੇ ਬੇਸਿਕਲੀ ਹੋਇਆ ਕਿ ਕੋਈ ਵੀ ਨਿਊਜ਼ ਚੈਨਲ ਤੁਹਾਨੂੰ ਕਲੀਅਰ ਖਬਰਾਂ ਨਹੀਂ ਰੱਖ ਰਿਹਾ। ਉੱਥੇ ਵੀ ਬਹੁਤ ਸਾਰੇ PTI ਵਾਲੇ ਬੈਠੇ ਸਨ। ਉਹ ਜਨਾਬ ਤੁਸੀਂ ਆਪੋਂ ਸੋਚੋ 135 ਜਹਾਜ਼ ਆਇਆ, ਹੈਲੀਕਾਪਟਰਸ ਵੀ ਆਏ ਤੇ ਫਿਰ ਸਦਰ ਨੂੰ ਇੰਨਾ ਟਾਈਮ ਨਹੀਂ ਲੱਭਿਆ ਕਿ ਉਹ ਆਪਣੇ ਕਮਰੇ ਚੋਂ ਦੌੜ ਕੇ ਤੇ ਆਪਣੇ ਮਹੱਲ ਦੇ ਸੇਫ ਰੂਮ ਦੇ ਅੰਦਰ ਜਾ ਸਕੇ। ਇੰਨਾ ਟਾਈਮ ਉਹਨੂੰ ਨਹੀਂ ਲੱਭਿਆ। ਇਹ ਝੂਠ ਹੈ ਸਾਰਾ। ਇਸ ਗੱਲ ਉੱਤੇ ਕਿਹੜਾ ਟੱਟੂ ਯਕੀਨ ਕਰ ਸਕਦਾ, ਇਸ ਖਬਰ ਦੇ ਉੱਤੇ ਕਿਹੜਾ ਬੰਦਾ ਯਕੀਨ ਕਰ ਸਕਦਾ। ਲੇਕਿਨ ਇਹ ਖਬਰ ਆ ਰਹੀ ਹੈ ਜਨਾਬ BBC, ਅਲ ਜਜ਼ੀਰਾ, ਡੋਨਲਡ ਸਾਹਿਬ, ਸਾਰੀ ਦੁਨੀਆ ਦੇ ਨਿਊਜ਼ ਚੈਨਲ ਇਹੋ ਹੀ ਖਬਰ ਦੇ ਰਹੇ ਨੇ ਕਿ 135 ਜਹਾਜ਼ ਗਏ ਜਿਨ੍ਹਾਂ ਵਿੱਚ 8 ਹੈਲੀਕਾਪਟਰ ਸ਼ਾਮਲ ਸਨ। ਉਹਨਾਂ ਨੇ ਜਾ ਕੇ ਸਦਾਰਤੀ ਮਹੱਲ ਦਾ ਘਿਰਾਓ ਕੀਤਾ ਤੇ ਘਿਰਾਓ ਕਰਨ ਤੋਂ ਬਾਅਦ ਹਮਲਾ ਕੀਤਾ ਗਿਆ ਤੇ ਅੰਦਰੋਂ ਬੈਡਰੂਮ ਵਿੱਚੋਂ ਸਦਰ ਤੇ ਉਹਦੀ ਬੀਵੀ ਨੂੰ, ਚਾਹੇ ਉਹ ਫੁੱਟਬਾਲ ਖੇਡ ਰਹੇ ਸਨ, ਚਾਹੇ ਬਾਸਕਟਬਾਲ ਖੇਡ ਰਹੇ ਸਨ, ਚਾਹੇ ਬੈਠੇ ਕੋਈ ਪੀਣਾ ਪਿਲਾਣਾ ਕਰ ਰਹੇ ਸਨ, ਚਾਹੇ ਡਾਂਸ ਕਰ ਰਹੇ ਸਨ, ਕਿਸ ਕੰਮ ਦੇ ਵਿੱਚ ਮਸਰੂਫ ਸਨ ਇਹਦੀ ਖਬਰ ਕੋਈ ਵੀ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਕੱਪੜੇ ਲਾ ਕੇ ਤੇ ਮਸਾਜ ਕਰਨ ਤੇ ਲੱਗੇ ਹੋਣ ਤੇ ਉੱਤੋਂ ਹਮਲਾ ਹੋ ਗਿਆ ਹੋਵੇ ਤੇ ਜਨਾਬ ਕੱਪੜੇ ਪਾਉਂਦਿਆਂ ਫੌਜੀ ਉੱਥੇ ਪਹੁੰਚ ਗਏ ਹੋਣ। 135 ਜਹਾਜ਼ ਤੇ 8 ਹੈਲੀਕਾਪਟਰ ਲੈ ਕੇ ਤੇ ਕੱਪੜੇ ਪਾਉਂਦਿਆਂ ਉਹਨਾਂ ਨੂੰ ਘੰਟਾ ਲੱਗ ਗਿਆ ਹੋਵੇ। ਕੱਪੜੇ ਪਾਉਣ ਦੀ ਵਜ੍ਹਾ ਤੋਂ ਟਾਈਮ ਉਹਨਾਂ ਨੂੰ ਜ਼ਿਆਦਾ ਲੱਗ ਗਿਆ ਤੇ ਜਨਾਬ ਕਮਾਂਡੋਜ਼ ਨੇ ਆ ਕੇ ਉਹਨਾਂ ਨੂੰ ਫੜ ਲਿਆ। ਜਾਂ ਫਿਰ ਦੂਜੀ ਵਜ੍ਹਾ ਇਹ ਹੋ ਸਕਦੀ ਹੈ ਕਿ ਜਨਾਬ ਉਹ ਕੋਈ ਜਾਦੂ ਜਾਣਦੇ ਸਨ ਜਾਂ ਉਹਨਾਂ ਕੋਲ ਕੋਈ ਉਮਰੂ ਯਾਰ ਦੀ ਟੋਕਰੀ ਸੀ ਜਿਹਦੇ ਵਿੱਚ ਵੜਨ ਨਾਲ ਸਦਰ ਨੂੰ ਆਵਾਜ਼ ਆਣੀ ਬੰਦ ਹੋ ਗਈ। ਅਚਾਨਕ ਉਹ ਸਦਰ ਦੇ ਕਮਰੇ 'ਚ ਨਿਕਲ ਗਏ। ਉਹ ਜਨਾਬ 135 ਜਹਾਜ਼, 8 ਹੈਲੀਕਾਪਟਰ, ਇੱਕ ਹੈਲੀਕਾਪਟਰ ਆਵੇ ਨਾ ਮੁਹੱਲੇ ਤੇ ਸਾਰਾ ਮੁਹੱਲਾ ਜਾਗ ਪੈਂਦਾ ਤੇ ਸਦਰ ਨੂੰ ਐਡਾ ਟਾਈਮ ਨਹੀਂ ਲੱਭਿਆ ਕਿ ਉਹ ਆਪਣੇ ਕਮਰੇ 'ਚੋਂ ਦੌੜ ਕੇ ਤੇ ਸੇਫ ਰੂਮ ਤੱਕ ਜਾ ਸਕੇ। ਉਹਨੂੰ ਜਾਣ ਤੋਂ ਪਹਿਲਾਂ ਫੜ ਲਿਆ ਨੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਉਹਦੇ ਮੁਹੱਲ ਦੇ ਅੰਦਰ ਆਲਰੇਡੀ ਅਮਰੀਕੀ ਕਮਾਂਡੋਜ਼ ਮੌਜੂਦ ਸਨ। ਜਹਾਜ਼ ਤੇ ਹੈਲੀਕਾਪਟਰ ਜਿਹੜੇ ਭੇਜੇ ਗਏ ਨੇ ਉਹ ਉਹਨੂੰ ਉੱਥੋਂ ਲੈ ਕੇ ਆਉਣ ਵਾਸਤੇ ਭੇਜੇ ਗਏ ਨੇ। ਗ੍ਰਿਫਤਾਰੀ ਅਟੈਕ ਹੋਣ ਤੋਂ ਪਹਿਲੇ ਹੀ ਹੋ ਗਈ ਸੀ
ਇਹ ਖਬਰ ਬਿਲਕੁਲ ਇਦਾਂ ਹੀ ਹੈ ਕਿ ਜਿੱਦਾਂ ਉੱਤੇ ਐਬਟਾਬਾਦ ਉੱਤੇ ਹਮਲਾ ਹੋਇਆ, ਹੈਲੀਕਾਪਟਰ ਉੱਡੇ ਅਫਗਾਨਿਸਤਾਨ ਚੋਂ ਪਿਸ਼ਾਵਰ ਕ੍ਰਾਸ ਕਰਕੇ ਹੋਰ 12 ਸਿਟੀ ਕ੍ਰਾਸ ਕਰਕੇ ਐਬਟਾਬਾਦ ਆਏ, ਉਹਨਾਂ ਨੇ ਹਮਲਾ ਕੀਤਾ, ਉਸਾਮਾ ਮਾਰਿਆ, ਚੁੱਕਿਆ, ਹੈਲੀਕਾਪਟਰ ਸੁੱਟਿਆ ਤੇ ਫਿਰ 12 ਸਿਟੀ ਕ੍ਰਾਸ ਕਰਕੇ ਵਾਪਸ ਚਲੇ ਗਏ ਤੇ ਪੂਰੀ ਆਰਮੀ ਸੁੱਤੀ ਰਹਿ ਗਈ। ਅੱਧਾ ਐਬਟਾਬਾਦ ਜਾਗ ਗਿਆ ਲੇਕਿਨ ਆਰਮੀ ਪੂਰੀ ਸੁੱਤੀ ਰਹਿ ਗਈ। ਇਹ ਇੱਕ ਡੀਲ ਸੀ। ਇੱਥੇ ਵੀ ਮੁਸ਼ਰਫ ਸਾਹਿਬ ਮੌਜੂਦ ਸਨ ਜਿਹਨੂੰ ਕਿ ਪੀਟੀਆਈ ਦੇ ਟੱਟੂ ਹਾਲੇ ਤੱਕ ਸਪੋਰਟ ਕਰਦੇ ਨੇ। ਬਿਲਕੁਲ ਇਦਾਂ ਹੀ ਵੈਨਜ਼ੂਏਲਾ ਵਿੱਚ ਮੁਸ਼ਰਫ ਤੇ ਪੀਟੀਆਈ ਮੌਜੂਦ ਸੀ ਜਿਨ੍ਹਾਂ ਨੇ ਅਮਰੀਕਾ ਨਾਲ ਪਹਿਲਾਂ ਹੀ ਡੀਲ ਕੀਤੀ ਹੋਈ ਸੀ ਤੇ ਉਸ ਡੀਲ ਦੇ ਤਹਿਤ ਸਦਾਰਤੀ ਮਹੱਲ ਵਿੱਚ ਆਲਰੇਡੀ ਅਮਰੀਕੀ ਕਮਾਂਡੋਜ਼ ਮੌਜੂਦ ਸਨ ਜਨਾਬ, ਜਿਨ੍ਹਾਂ ਨੇ ਸਦਰ ਸਾਹਿਬ ਨੂੰ ਇੰਨੀ ਮੋਹਲਤ ਨਹੀਂ ਦਿੱਤੀ ਕਿ ਉਹ ਆਪਣੇ ਕਮਰੇ ਤੋਂ ਦੌੜ ਕੇ ਤੇ ਸੇਫ ਰੂਮ ਤੱਕ ਜਾ ਸਕੇ। ਇਸ ਚੀਜ਼ ਦਾ ਇਹਦੇ ਤੋਂ ਇਲਾਵਾ ਕੋਈ ਚਾਂਸ ਵੀ ਨਹੀਂ ਹੈ। ਜਿਹੜੀ ਉਹਨਾਂ ਦੀ ਆਪੋਜੀਸ਼ਨ ਲੀਡਰ ਹੈ ਜਿਹਨੂੰ 2025 ਵਿੱਚ ਨੋਬਲ ਇਨਾਮ ਦਿੱਤਾ ਗਿਆ, ਉਹ ਉੱਥੋਂ ਡੋਨਲਡ ਟਰੰਪ ਤੇ ਵੈਨਜ਼ੂਏਲਾ ਦੀ ਫੌਜ ਵਿੱਚ ਜਿਹੜੇ ਡੋਨਲਡ ਟਰੰਪ ਦੇ ਬੰਦੇ ਸਨ, ਕਮਾਂਡੋ ਸਨ, ਜਿਹੜੇ ਉਹਦੇ ਕੋਲੋਂ ਤਨਖਾਹ ਲੈਂਦੇ ਸਨ, ਉਹਨਾਂ ਦੀ ਮਦਦ ਨਾਲ ਵੈਨਜ਼ੂਏਲਾ ਦੀ ਜੇਲ੍ਹ ਵਿੱਚੋਂ ਫਰਾਰ ਹੋਈ ਤੇ ਮੁਲਕ ਛੋੜ ਕੇ ਤੇ ਜਨਾਬ ਨੋਬਲ ਇਨਾਮ ਲੈਣ ਪਹੁੰਚ ਗਈ। ਤੁਸੀਂ ਆਖੋ ਕਿ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਇਮਰਾਨ ਖਾਨ ਆਜ਼ਾਦ ਹੋਇਆ, ਫਿਰ ਫਰਾਰ ਹੋਇਆ, ਫਿਰ ਅਮਰੀਕਾ ਪਹੁੰਚ ਗਿਆ, ਉਹਦੇ ਕੋਈ ਪਾਕਿਸਤਾਨੀ ਆਰਮੀ ਦਾ ਟੱਟੂ ਸ਼ਾਮਲ ਨਹੀਂ ਸੀ ਜਾਂ ਪਾਕਿਸਤਾਨ ਫੌਜ ਦਾ ਜਾਂ ਪਾਕਿਸਤਾਨ ਗਵਰਨਮੈਂਟ ਦਾ ਕੋਈ ਟੱਟੂ ਸ਼ਾਮਲ ਨਹੀਂ ਸੀ। ਇਹ ਫਿਰ ਝੂਠੀਆਂ ਖਬਰਾਂ ਨੇ ਜਨਾਬ, ਇਦਾਂ ਤੇ ਨਹੀਂ ਹੁੰਦਾ। ਅਮਰੀਕਾ ਨੇ ਆਪਣੇ ਪੈਰ ਆਲਰੇਡੀ ਵੈਨਜ਼ੂਏਲਾ ਜਮਾ ਲਏ ਸਨ ਤੇ ਇਸ ਗੱਲ ਦਾ ਸਦਰ ਸਾਹਿਬ ਨੂੰ ਵੀ ਪਤਾ ਲੱਗ ਗਿਆ ਸੀ। ਸਦਰ ਸਾਹਿਬ ਨੇ ਬਾਰ-ਬਾਰ ਦਰਖਾਸਤ ਕੀਤੀ ਸੀ ਵੈਨਜ਼ੂਏਲਾ ਦੇ ਸਦਰ ਸਾਹਿਬ ਨੇ ਕਿ ਅਸੀਂ ਮੁਜ਼ਾਕਰਾਤ ਦੀ ਟੇਬਲ ਉੱਤੇ ਬੈਠਣ ਵਾਸਤੇ ਤਿਆਰ ਹਾਂ, ਪਰ ਡੋਨਲਡ ਸਾਹਿਬ ਨੇ ਕਿਹਾ ਕਿ ਨਹੀਂ, ਹੁਣ ਬੜੀ ਦੇਰ ਹੋ ਗਈ ਜਨਾਬ, ਬਹੁਤ ਦੇਰ ਕੀ ਮਿਹਰਬਾਨ ਆਤੇ ਆਤੇ। ਤੇ ਸਦਰ ਸਾਹਿਬ ਨੂੰ ਇਸ ਗੱਲ ਦਾ ਖਤਰਾ ਹੈ ਸੀ ਕਿ ਮੇਰੇ ਮਹੱਲ ਉੱਤੇ ਹਮਲਾ ਹੋਣਾ ਹੈ ਤੇ ਉਹਨਾਂ ਨੇ ਕਲਾਨੁਮਾ ਘਰ ਬਣਾਇਆ ਤੇ ਘਰ ਦੇ ਵਿੱਚ ਜਨਾਬ ਇੱਕ ਸੇਫ ਰੂਮ ਬਣਾਇਆ ਜਿਹਦੇ ਆਟੋਮੈਟਿਕ ਸਟੀਲ ਦੇ ਦਰਵਾਜ਼ੇ ਰੱਖੇ ਗਏ ਤੇ ਜਿਹੜੇ ਬੰਦ ਹੋ ਜਾਣ ਤੇ ਉਹਨਾਂ ਨੂੰ ਖੋਲ੍ਹਣਾ ਮੁਸ਼ਕਿਲ ਹੋ ਜਾਣਾ। ਕਿਉਂ ਬਣਾਇਆ ਗਿਆ ਇਹ ਸਾਰਾ ਕੁਝ? ਆਪਣੀ ਸਿਕਿਉਰਿਟੀ ਹੋਣ ਦੇ ਬਾਵਜੂਦ, ਮੁਲਕ ਦੀ ਆਰਮੀ ਹੋਣ ਦੇ ਬਾਵਜੂਦ, ਆਪਣੀ ਆਰਮੀ ਕੋਲੋਂ, ਆਪਣੇ ਕਮਾਂਡੋਜ਼ ਕੋਲੋਂ ਜ਼ਿਆਦਾ ਟਰਸਟ ਇੱਕ ਕਮਰੇ ਉੱਤੇ ਕਿਉਂ ਕੀਤਾ ਗਿਆ? ਕਿਉਂਕਿ ਸਦਰ ਸਾਹਿਬ ਨੂੰ ਪਤਾ ਸੀ ਕਿ ਪੀਟੀਆਈ ਦੇ ਟੱਟੂ ਸਾਡੇ ਵਿੱਚ ਵੀ ਮੌਜੂਦ ਨੇ ਤੇ ਜਨਾਬ ਇਸ ਵਾਸਤੇ ਉਹਨਾਂ ਨੇ ਉੱਥੇ ਉਹ ਕਮਰਾ ਬਣਾਇਆ ਸੀ। ਪਰ ਜਨਾਬ ਟੱਟੂਆਂ ਨੇ ਉਹਨੂੰ ਇਤਨੀ ਮੋਹਲਤ ਵੀ ਨਹੀਂ ਦਿੱਤੀ ਕਿ ਉਹ ਨੱਸ ਕੇ ਤੇ ਆਪਣੇ ਸੇਫ ਰੂਮ ਤੱਕ ਜਾ ਸਕੇ। ਉਹ ਰਸਤੇ ਤੋਂ ਹੀ ਗ੍ਰਿਫਤਾਰ ਕਰ ਲਿੱਤਾ ਗਿਆ। ਇਹ ਤੇ ਬਿਲਕੁਲ ਮੰਨਣ ਵਾਲੀ ਗੱਲ ਹੀ ਨਹੀਂ ਨਾ ਕਿ ਅਮਰੀਕਾ ਚੋਂ 135 ਜਹਾਜ਼ ਉੱਡ ਕੇ ਸਦਾਰਤੀ ਮਹੱਲ ਤੱਕ ਗਏ। 8 ਹੈਲੀਕਾਪਟਰਾਂ ਨੇ ਸਦਾਰਤੀ ਮਹੱਲ ਦਾ ਘਿਰਾਓ ਕੀਤਾ ਔਰ ਸਦਰ ਸਾਹਿਬ ਤੇ ਉਹਨਾਂ ਦੀ ਬੀਵੀ ਸੁੱਤੇ ਰਹੇ ਗਏ। ਉਹਨਾਂ ਨੂੰ ਐਡਾ ਟਾਈਮ ਨਹੀਂ ਲੱਭਿਆ ਕਿ ਉਹ ਨੱਸ ਕੇ ਤੇ ਸੇਫ ਰੂਮ ਤੱਕ ਜਾ ਸਕਣ। ਇਹ ਪੋਸੀਬਲ ਨਹੀਂ ਹੈ ਜਨਾਬ, ਇਹ ਗੱਲਾਂ ਪੋਸੀਬਲ ਨਹੀਂ। ਇਹ ਗੱਲ ਵੀ ਪੋਸੀਬਲ ਨਹੀਂ ਕਿ ਅਮਰੀਕਾ ਨੇ 135 ਜਹਾਜ਼ ਉਡਾਏ, ਅਮਰੀਕਾ ਨੇ ਮਿਜ਼ਾਈਲ ਹਮਲਾ ਕੀਤਾ ਤੇ ਵਾਪਸ ਇੱਕ ਮਿਜ਼ਾਈਲ ਵੀ ਫਾਇਰ ਨਹੀਂ ਹੋਇਆ। ਇੱਕ ਬੰਦੇ ਨੇ, ਇੱਕ ਪਾਗਲ ਨੇ, ਇੱਕ ਚੱਲੇ ਨੇ ਕੁਝ ਬ੍ਰੈਸਟ ਫਾਇਰ ਕੀਤੇ, ਕੁਝ ਗੋਲੀਆਂ ਫਾਇਰ ਕੀਤੀਆਂ ਜਿਹੜੀਆਂ ਕਿ ਇੱਕ ਜਹਾਜ਼ ਨੂੰ ਲੱਗੀਆਂ, ਇੱਕ ਹੈਲੀਕਾਪਟਰ ਨੂੰ ਲੱਗੀਆਂ। ਉਸ ਹੈਲੀਕਾਪਟਰ ਨੂੰ ਥੋੜਾ ਨੁਕਸਾਨ ਪਹੁੰਚਿਆ। ਉਹਦੇ ਇਲਾਵਾ ਕਿਸੇ ਨੇ ਇੱਕ ਗੋਲੀ ਵੀ ਫਾਇਰ ਨਹੀਂ ਕੀਤੀ। ਆਏ ਜਨਾਬ ਆ ਕੇ ਤੇ ਸਦਰ ਨੂੰ ਉਹਦੀ ਬੀਵੀ ਨੂੰ ਚੁੱਕ ਕੇ ਤੇ ਲੈ ਗਏ ਤੇ ਹੁਣ ਵਜ਼ੀਰ ਦਿਫਾ ਸਾਹਿਬ ਬੈਠ ਕੇ ਤੇ ਬਿਆਨ ਦੇ ਰਹੇ ਕਿ ਅਸੀਂ ਅਮਰੀਕਾ ਨੂੰ ਸਬਕ ਸਿਖਾਵਾਂਗੇ, ਅਸਾਂ ਨੇ ਮੁਲਕ ਵਿੱਚ ਐਮਰਜੈਂਸੀ ਨਾਫਜ਼ ਕਰ ਦਿੱਤੀ ਹੈ, ਹਰ ਜਗ੍ਹਾ ਫੌਜੀ ਚੌਕੀਆਂ ਬਣਾ ਦਿੱਤੀਆਂ ਨੇ, ਅਮਰੀਕਾ ਹੁਣ ਨਹੀਂ ਆ ਸਕਦਾ ਤੇ ਆਵਾਮ ਬੇਵਕੂਫ ਬਣੇ ਜਾ ਰਹੀ ਹੈ। ਇਸ ਗੱਲ ਨੂੰ ਕੋਈ ਵੀ ਨਹੀਂ ਸੋਚਦਾ ਕਿ ਜਨਾਬ ਵਜ਼ੀਰ ਦਿਫਾ ਤੇ ਆਰਮੀ ਚੀਫ ਆਲਰੇਡੀ ਅਮਰੀਕਾ ਨਾਲ ਸ਼ਾਮਲ ਹੈ ਸਨ ਤੇ ਇਹ ਮੁਮਕਿਨ ਹੋਇਆ ਹੈ, ਅਦਰਵਾਈਜ਼ ਇਹ ਮੁਮਕਿਨ ਹੀ ਨਹੀਂ ਸੀ। ਅਮਰੀਕਾ ਨੇ ਸਿਰਫ ਉਸ ਡਿਫੈਂਸ ਸਿਸਟਮ ਨੂੰ ਟਾਰਗੇਟ ਕੀਤਾ, ਉਹਦੇ ਤੋਂ ਮਿਜ਼ਾਈਲ ਸੁੱਟੇ ਜਿਹਨਾਂ ਤੋਂ ਖਤਰਾ ਹੈ ਸੀ ਕਿ ਇੱਥੇ ਵੀ ਕੋਈ ਪਾਗਲ, ਕੋਈ ਜ਼ਹਿਨੀ ਮਰੀਜ਼, ਕੋਈ ਚੱਲਾ ਬੈਠਿਆ ਹੋ ਸਕਦਾ ਹੈ ਕਿ ਜਿਹੜਾ ਫਾਇਰ ਕਰ ਦੇਵੇ ਤੇ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਮਰ ਜਾਣ। ਸਿਰਫ ਔਰ ਸਿਰਫ ਉਸ ਡਾਊਟ ਦੇ ਤਹਿਤ ਉਹ ਡਿਫੈਂਸ ਸਿਸਟਮਸ ਤਬਾਹ ਕੀਤੇ ਗਏ। ਬਾਕੀ ਹਮਲਾ ਕਰਨ ਦੀ ਤੇ ਉਹਨਾਂ ਨੂੰ ਲੋੜ ਹੀ ਨਹੀਂ ਪਈ। ਉੱਥੇ ਆਲਰੇਡੀ ਵੈਨਜ਼ੂਏਲਾ ਵਿੱਚ ਪੀਟੀਆਈ ਮੌਜੂਦ ਸੀ ਤੇ ਜਿਹੜੀ ਆਪਣੇ ਸਰਬਰਾਹ ਨੂੰ ਗਾਲਾਂ ਕੱਢਦੀ ਸੀ ਤੇ ਜਿਹਦੀ ਖਾਹਿਸ਼ ਸੀ ਕਿ ਸਦਰ ਸਾਹਿਬ ਨਾਲ ਕੁਝ ਇਦਾਂ ਦਾ ਹੋ ਜਾਏ ਕਿ ਹੁਕੂਮਤ ਸਾਨੂੰ ਲੱਭ ਜਾਏ। ਬਿਲਕੁਲ ਵੈਨਜ਼ੂਏਲਾ ਦੀ ਆਪੋਜੀਸ਼ਨ ਵਾਂਗ ਇਹ ਪਾਕਿਸਤਾਨ ਟੱਟੂ ਇਤਿਹਾਦ ਦੇ ਟੱਟੂ ਵੀ ਸੋਚ ਰਹੇ ਨੇ ਕਿ ਜਨਾਬ ਕਾਸ਼ ਹਰ ਟੱਟੂ ਸੋਚ ਰਹੇ ਕਿ ਜਨਾਬ ਕਾਸ਼ ਮੈਂ ਉਸ ਕੁੱਤੇ ਦੀ ਜਗ੍ਹਾ ਤੇ ਹੁੰਦਾ ਸੁਬਹ ਰੋਮਾਂਸ ਮੈਂ ਕਰ ਰਿਹਾ ਹੁੰਦਾ। ਲੇਕਿਨ ਇਨਸ਼ਾਅੱਲਾ ਇਹਨਾਂ ਦੀ ਇਹ ਖਾਹਿਸ਼ ਕਦੀ ਵੀ ਪੂਰੀ ਨਹੀਂ ਹੋਣੀ। ਗੱਲ ਇਹ ਵੀ ਜੀ, ਜਦੋਂ ਕਿਸੇ ਨੇ ਖਬਰਾਂ ਸੁਣਨੀਆਂ ਹੁੰਦੀਆਂ ਨੇ ਨਾ, ਉਹ ਜਾਂਦਾ ਹੈ ਜਨਾਬ BBC ਉੱਤੇ, ਜੀਓ ਨਿਊਜ਼ ਉੱਤੇ, ਕੋਈ ਹਿੰਦੁਸਤਾਨ ਟਾਈਮਸ, ਕੋਈ ਪਾਕਿਸਤਾਨੀ ਖਬਰਾਂ, ਕੋਈ ਅਫਗਾਨੀ ਖਬਰਾਂ, ਕੋਈ ਅਥੈਂਟਿਕ ਜ਼ਰਾਏ ਤੇ ਜਿੱਥੋਂ ਖਬਰਾਂ ਸੁਣੀਆਂ ਜਾਂਦੀਆਂ ਨੇ। ਤੇ ਜਿਸ ਨੇ ਕੋਈ ਚਵਲਾਂ ਸੁਣਨੀਆਂ ਹੋਣ ਤੇ ਉਹ ਇਹਨਾਂ ਚਵਲਾਂ ਦੇ ਚੈਨਲ ਤੇ ਚਲਾ ਜਾਂਦਾ ਹੈ ਜਨਾਬ। ਇਹਨਾਂ ਦੇ ਤੇ ਗਿੱਲ ਉਰਫ ਅਨਾ ਕੁੱਗੂ ਸਾਹਿਬ, ਇਮਰਾਨ ਰਿਆਜ਼ ਉਰਫ ਗੁੰਗਾ ਲੋਹਾਰ ਸਾਹਿਬ, ਅਫਤਾਬ ਇਕਬਾਲ ਸਾਹਿਬ, ਇੱਦਾਂ ਦੇ ਜਿੰਨੇ ਵੀ ਚਵਲ ਆਏ ਨੇ ਨਾ, ਜਿਹੜੀਆਂ ਚਵਲਾਂ ਮਾਰਦੇ ਨੇ ਇਹਨਾਂ ਨਿਊਜ਼ ਚੈਨਲਾਂ ਤੋਂ ਚੁੱਕ ਕੇ ਉਹਨਾਂ ਨੂੰ ਸੁਣਨ ਵਾਸਤੇ ਚਵਲਾਂ ਦਾ ਦੁਨੀਆ 'ਚ ਘਾਟਾ ਨਹੀਂ, ਲੱਖਾਂ ਤੇ ਕਰੋੜਾਂ ਲੋਕ ਬੈਠ ਜਾਂਦੇ ਨੇ। ਅੱਜ ਕੱਲ੍ਹ ਦਾ ਜ਼ਮਾਨਾ ਇੰਨਾ ਮਾਡਰਨ ਤੇ ਇੰਨਾ ਜਦੀਦ ਹੋ ਗਿਆ
ਕਿ ਸਿਰਫ ਇੱਕ ਨੋਟੀਫਿਕੇਸ਼ਨ ਆਨ ਕਰ ਦਿਓ ਫੋਨ ਉੱਤੇ, ਸਵੇਰ ਉੱਠੋ ਤੇ ਸਾਰੀ ਦੁਨੀਆ ਦੀਆਂ ਖਬਰਾਂ ਜਨਾਬ ਸਾਹਮਣੇ ਮੋਬਾਈਲ ਉੱਤੇ ਆ ਜਾਂਦੀਆਂ ਨੇ। ਕਿਸੇ ਨੂੰ ਪੁੱਛਣ ਦੱਸਣ ਦੀ ਜਾਂ ਨਿਊਜ਼ ਚੈਨਲ ਆਨ ਕਰਨ ਦੀ ਲੋੜ ਵੀ ਨਹੀਂ ਪੈਂਦੀ। ਉਹਨਾਂ ਦੀ ਖਬਰਾਂ ਨੂੰ ਵੇਖ ਕੇ ਇਹ ਚਵਲ ਤੇ ਅਨਾ ਕੁਗੂ ਚਵਲਾਂ ਨੂੰ ਚਵਲ ਬਣਾ ਰਹੇ ਹੁੰਦੇ ਨੇ ਤੇ ਇਹਨਾਂ ਚਵਲਾਂ ਦੀਆਂ ਖਬਰਾਂ ਐਕਸਪੋਜ਼ ਕਰਨ ਵਾਸਤੇ ਥੋੜੀ ਜਿਹੀ ਗੱਪਸ਼ਪ ਮਾਰਨ ਵਾਸਤੇ ਮੈਂ ਇੱਥੇ ਤੁਹਾਡੇ ਕੋਲ ਬੈਠਾ। ਤੇ ਜਨਾਬ ਇਹਨਾਂ ਚਵਲਾਂ ਦੀਆਂ ਨਿਊਜ਼ ਤੇ ਖਾਬ ਕੱਲ ਦੇ ਪ੍ਰੋਗਰਾਮ ਵਿੱਚ ਗਿੱਲ ਸਾਹਿਬ ਫਰਮਾ ਰਿਹਾ ਸੀ ਕਿ ਜਨਾਬ ਤੁਸੀਂ ਨੇ ਆਖਿਆ ਕਿ ਅਸੈਂਬਲੀ ਜਿਹੜੀ PhD ਹੋਣੀ ਚਾਹੀਦੀ ਹੈ। ਜਿਹੜੇ ਪਹਿਲੇ PhD ਆਏ ਸਨ ਉਹਨਾਂ ਨੂੰ ਤੇ ਤੁਸੀਂ ਨੇ ਨੰਗਾ ਕਰਕੇ ਤੇ ਲਟਕਾ ਦਿੱਤਾ ਸੀ, ਆਪਣੇ ਬਾਰੇ ਕਹਿ ਰਹੇ ਸੀ। ਔਰ ਇਹਨੇ ਸੈਂਕੜੋਂ ਦਫਾ ਕੋਈ ਇੱਕ ਵਾਰੀ ਨਹੀਂ ਬਾਰ-ਬਾਰ ਇਹ ਕਿਹਾ ਹੈ ਕਿ ਭਾਈ ਮੈਨੂੰ ਇਹਨਾਂ ਨੇ ਨੰਗਾ ਕਰਕੇ ਤੇ ਲਟਕਾ ਦਿੱਤਾ ਸੀ। ਇਹਨੇ ਜਨਾਬ ਨੰਗਾ ਹੋ ਕੇ ਤੇ ਪਿਛਵਾੜਾ ਕਟਵਾ ਕੇ ਤੇ ਅਮਰੀਕਾ ਆ ਕੇ ਤੇ ਫਿਰ ਆਪਣੇ ਉੱਤੇ ਹੋਣ ਵਾਲੇ ਜ਼ੁਲਮ ਦਾ ਬਦਲਾ ਲੈਣ ਦਾ ਇੱਕ ਜ਼ਰੀਆ ਢੂੰਢਿਆ ਕਿ YouTube ਦਾ ਇੱਕ ਚੈਨਲ ਖੋਲਿਆ ਤੇ ਉਹਦੇ ਉੱਤੇ ਬਹਿ ਕੇ ਤੇ ਹੁਕੂਮਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦੇ ਖਾਬ ਗਿੱਲ ਸਾਹਿਬ ਔਰ ਅਨਾ ਕੁਗੂ ਦਾ ਚੈਨਲ ਆਨ ਕਰੋ, ਚੈਨਲ ਉੱਤੇ ਜਾਓ ਤੇ ਜਨਾਬ ਸਕਰੋਲ ਕਰੋ, ਖਬਰਾਂ ਤੁਹਾਨੂੰ ਮਿਲਣਗੀਆਂ। ਅੱਜ ਦੀ ਖਬਰ, ईरान के बाद बलोचिस्तान, अमरीकी वजीर खारजा, वाह भाई वाह तेरे ख्वाब ਗਿੱਲ ਸਾਹਿਬ। ਉਹਦੇ ਤੋਂ ਪਿੱਛੇ ਸਕਰੋਲ ਕਰਦੇ ਜਾਓ, ਕੱਲ ਦਾ ਪਰਸੋਂ ਦਾ ਤਰਸੋਂ ਦਾ ਉਹਦੇ ਤੋਂ ਪਿੱਛੇ ਦੇ ਪ੍ਰੋਗਰਾਮ ਵੇਖਦੇ ਜਾਓ ਤੇ ਥੰਬਨੇਲਸ ਵੇਖੋ। ਸ਼ੇਰ ਅਫਜ਼ਲ ਸ਼ਰਮਨਾਕ ਵੀਡੀਓ, ਆਪਣੇ ਆਪ ਦਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹਦੇ ਤੋਂ ਪਿੱਛੇ ਮੁਹੰਮਦ ਅਲੀ ਮਿਰਜ਼ਾ ਫਿਰ ਲਾਉਂਚ, ਕਿੱਥੇ ਲਾਉਂਚ? ਇਮਰਾਨ ਖਾਨ ਦੇ ਖਿਲਾਫ ਲਾਉਂਚ। ਤੇ ਮੁਹੰਮਦ ਅਲੀ ਮਿਰਜ਼ਾ ਨੂੰ ਇਹਨੇ ਕਿਹਾ ਜੀ ਜਨਾਬ ਕੁੱਤਾ ਤੇ ਨਹੀਂ ਹੈ ਤੂੰ ਕਿ ਜਿਹੜਾ ਘੀ ਦੀ ਖੁਸ਼ਬੂ ਸੁੰਘ ਲੈਂਦਾ। ਉਹ ਭਾਈ ਦੇਸੀ ਘਿਓ ਦੀ ਇੰਨੀ ਖੁਸ਼ਬੂ ਹੁੰਦੀ ਏ ਕਿ ਘਰ ਕਦੀ ਕੋਈ ਮਾਈ ਪਕਾਵੇ ਨਾ। ਅਸੀਂ ਵੀ ਦੇਸੀ ਜਿਹੇ ਲੋਕ ਹਾਂ, ਸਾਨੂੰ ਵੀ ਪਤਾ ਹੈ ਕਿ ਜਨਾਬ ਇੱਕ ਘਰ 'ਚ ਜੇ ਦੇਸੀ ਘਿਓ ਦਾ ਤੜਕਾ ਲੱਗ ਰਿਹਾ ਹੋਵੇ ਨਾ ਅੱਧੇ ਮੁਹੱਲੇ 'ਚ ਖੁਸ਼ਬੂ ਜਾਂਦੀ ਏ, ਖੁਸ਼ਬੂ ਆਂਦੀ ਹੈ ਜਨਾਬ ਅੱਧੇ ਮੁਹੱਲੇ 'ਚ। ਉਹਦੇ ਵਾਸਤੇ ਕੁੱਤਾ ਬਣਨ ਦੀ ਲੋੜ ਨਹੀਂ ਹੁੰਦੀ। ਉਹਦੇ ਤੋਂ ਅਗਲੀ ਖਬਰ, ਕਾਜ਼ੀ ਫਾਇਜ਼ ਈਸਾ ਫਰੈਂਚ ਦਾੜੀ ਰੱਖ ਲਈ, ਉਹਨੂੰ ਬੁਰਾ ਤੇ ਭਲਾ ਤੇ ਭੈੜਾ ਕਹਿਣਾ ਸ਼ੁਰੂ ਹੋ ਗਿਆ ਕਿ ਭਾਈ ਉਹਨੇ ਫਰੈਂਚ ਦਾੜੀ ਰੱਖ ਲਈ। ਉਹ ਭਾਈ ਤੇਰੀ ਤੇ ਫਰੈਂਚ ਵੀ ਨਹੀਂ, ਤੇਰੀ ਤੇ ਖੁਸਰਿਆਂ ਵਾਲੀ ਸ਼ੇਰ ਹੈ। ਅੱਗੇ ਚਲੋ ਜੀ, बड़ी तब्दीलियां, शहबाज शरीफ की छुट्टी। और थोड़ा सा पीछे जाओ जी, ख्वाजा आसफ राना सना हाथ खड़े कर गए। और पीछे जाओ जी, फील्ड मार्शल मान गया मेरा नाम मत लो यानी मेरा नाम ना लवो जे कदे ते मैं मान गया खान नूं ते तुहानूं दोबारा हुकूमत च लिआवांगे जनाब। ਉਹਦੇ ਤੋਂ अगली अनहोनी हो गई, उलमा खड़े हो गए, आसम फंस गया। चलो जी ਇਹ भी ठीक, नवे ख्वाब बिल्ली दे ख्वाब छिछड़े। अगली सुनो जी, इस्तिसना गैर इस्लामी गैर शरई करार। ਉਹ ਭਾਈ ਜਦੋਂ ਤੁਸੀਂ ਇਸਤਸਨਾ ਲੈ ਕੇ ਬੈਠੇ ਸੋ, ਤੁਹਾਡਾ ਸਦਰ ਜਦੋਂ ਇਸਤਸਨਾ ਲੈ ਕੇ ਤੇ ਬੈਠਾ ਸੀ ਹੁਕੂਮਤ ਟੁੱਟਣ ਤੋਂ ਬਾਅਦ ਵੀ ਉਹ ਆਪਣੀ ਮੁੱਦਤ ਪੂਰੀ ਕਰਕੇ ਗਿਆ। ਕਿਸ ਬੇਸ ਉੱਤੇ? ਕਿਉਂਕਿ ਉਹ ਇਸਤਸਨਾ ਦੇ ਨਾਲ ਸੀ, ਉਹਨੂੰ ਕਿਸੇ ਅਦਾਲਤ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ ਸੀ। ਉਸ ਟਾਈਮ ਤੇ ਤੁਹਾਨੂੰ ਨਹੀਂ ਪਤਾ ਸੀ ਕਿ इस्तिसना गैर इस्लामी है। खैर आगे चलो जी, उलमा का खड़ा, फील्ड मार्शल फंस गया। और पीछे जाओ, बादशाह गुस्से में गालियां धमकियां। पिछला प्रोग्राम, ख्वाजा आसफ के साथ शर्मनाक वाकया। और पिछला प्रोग्राम, नवाज शरीफ का फील्ड मार्शल के साथ असल फड्डा क्या है जी? सारे ख्वाब ख्वाब ते ख्वाहिशां जिन्हां दे तहत किसी भी तरह से अपने नंगा होने का बदला लै सके। छड्डो जी, दूजे पासे जाओ, आफ्ताब इकबाल साहब, अमरीका ने फील्ड मार्शल को लाल झंडी दिखा दी। गुंगे लोहारा ला जाओ, इमरान रियाज साहब, उन्हें जनाब फोटो लाए होंगे ने फील्ड मार्शल मिनरल्स विखा रहा होंगे, पत्थर विखा रहा होंगे डोनाल्ड साहब नूं ते ओहदे उत्ते फिर बैठ के ते तनकीद करदे। ओ भाई मिनरल्स दा पाकिस्तान नूं जद पाकिस्तान कोल टैक्नोलॉजी नहीं ਉਹਨੂੰ ਸਰਚ ਕਰਨ ਦੀ, ਉਹਨੂੰ ਲੱਭਣ ਦੀ, ਉਹਨਾਂ ਤੋਂ ਫਾਇਦਾ ਉਠਾਉਣ ਦੀ, ਤੇ ਪਾਕਿਸਤਾਨ ਨੂੰ ਉਹਨਾਂ ਦਾ ਕੀ ਫਾਇਦਾ ਹੈ? ਤੁਹਾਨੂੰ ਪਤਾ ਹੈ ਕਿ ਹੀਰਾ ਜਿਸ ਟਾਈਮ ਕੱਢਿਆ ਜਾਂਦਾ ਹੈ ਨਾ, ਉਹਨੂੰ ਕੱਢਣ ਤੇ ਇੰਨਾ ਖਰਚਾ ਨਹੀਂ ਆਉਂਦਾ ਕਿ ਜਿੰਨਾ ਉਹਨੂੰ ਤਰਾਸ਼ਣ ਉੱਤੇ ਆਉਂਦਾ ਹੈ। ਅਦਰਵਾਈਜ਼ ਹੀਰਾ ਇੱਕ ਪੱਥਰ ਹੀ ਹੈ, ਵੱਟਾ ਹੀ ਹੈ, ਉਹਨੂੰ ਬੜੀ ਬਾਰੀਕੀ ਔਰ ਬੜੀ ਮਹਾਰਤ ਦੇ ਨਾਲ ਤਰਾਸ਼ਿਆ ਜਾਂਦਾ ਹੈ। ਸੋਨਾ ਜਿਹੜਾ ਹੈ ਉਹ ਰੇਜ਼ਾ ਰੇਜ਼ਾ ਲੱਭਦਾ ਹੈ ਰੇਤ ਦੇ ਵਿੱਚੋਂ, ਉਹਨੂੰ ਇਕੱਠਾ ਕਰਕੇ ਤੇ ਬੜੀ ਮਿਹਨਤ ਕਰਕੇ ਤੇ ਬੜਾ ਖਰਚਾ ਕਰਕੇ ਉਹਨੂੰ ਸੋਨਾ ਬਣਾਇਆ ਜਾਂਦਾ ਹੈ। ਤੇ ਉਹ ਕਿਸੇ ਨੇ ਕੀ ਆਖਿਆ ਸੀ ਕਿ ਇਸ਼ਕ ਉਹ ਭੱਟੀ ਕਿ ਜਿਸमें जल कर सोना कुंदन बनता है। ਉਹ ਸੋਨੇ ਨੂੰ ਕੁੰਦਨ ਬਣਾਉਣ ਉੱਤੇ ਬੜਾ ਟਾਈਮ ਲੱਗਦਾ ਹੈ ਜਨਾਬ, ਬੜੀ ਮਿਹਨਤ ਹੁੰਦੀ ਹੈ, ਬੜੀਆਂ ਭੱਟੀਆਂ ਚੋਂ ਗੁਜ਼ਰਨਾ ਪੈਂਦਾ ਉਹਨੂੰ। ਇਹ ਮਿਨਰਲਸ ਬੜੀ ਮਿਹਨਤ ਨਾਲ ਕੱਢੇ ਜਾਣੇ ਨੇ, ਬੜੀ ਮਿਹਨਤ ਨਾਲ ਲੱਭੇ ਜਾਣੇ ਨੇ, ਬੜੀ ਮਿਹਨਤ ਨਾਲ ਤਰਾਸ਼ੇ ਜਾਣੇ ਨੇ, ਤੇ ਫਿਰ ਜਾ ਕੇ ਤੇ ਇਹਨਾਂ ਤੋਂ ਕੋਈ ਫਾਇਦਾ ਹੋਣਾ ਹੈ। ਪਰ ਇਹਨਾਂ ਨੇ ਜਨਾਬ ਸਿਰਫ ਔਰ ਸਿਰਫ ਟਟੂਆਂ ਦੀ ਖਬਰਾਂ ਦੇਣੀਆਂ ਹੁੰਦੀਆਂ ਨੇ। ਜੇ ਮਿਹਨਤ ਨਹੀਂ ਹੋਣੀ, ਖਰਚਾ ਨਹੀਂ ਹੋਣਾ, ਤੇ ਫਿਰ ਕੀ ਹੋਣਾ? ਫਿਰ ਉਹੀ ਗੱਲ ਹੋਣੀ ਹੈ ਜਿੱਦਾਂ ਤੇ ਖਾਨ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਕਿ ਸਾਨੂੰ ਸਮੁੰਦਰ ਤੋਂ ਗੈਸ ਲੱਭੀ ਸੀ, ਪਰ ਜਿਉਂ ਹੀ ਅਸਾਂ ਨੇ ਸੁਰਾਖ ਕੀਤਾ ਤੇ ਉਹ ਗੈਸ ਜਿਹੜੀ ਹੈ ਜਨਾਬ ਸਮੁੰਦਰ ਵਿੱਚ ਜ਼ਾਇਆ ਹੋ ਗਈ। ਇਹ ਖਾਨ ਸਾਹਿਬ ਦਾ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦਾ, ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੇ ਦੌਰਾਨ ਦਾ ਬਿਆਨ ਹੈ, ਵੇਖ ਲਵੋ ਜਾ ਕੇ। ਤੇ ਭਾਈ ਗੈਸ ਅਸਾਂ ਕੱਢਣ ਵਾਸਤੇ ਸੁਰਾਖ ਕੀਤਾ ਤੇ ਵਿੱਚੋਂ ਗੈਸ ਨਿਕਲ ਗਈ, ਠੁੱਸ ਹੋ ਗਈ। ਕਮਾਲ ਦੀ ਟੈਕਨੋਲੋਜੀ ਸੀ ਫਿਰ ਤੇ ਤੁਹਾਡੇ ਕੋਲ। ਜੇ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੋਏਗੀ ਤੇ ਫਿਰ ਇਦਾਂ ਦੇ ਬਿਆਨਾਤ ਹੀ ਆਉਣਗੇ। ਇਹਨਾਂ ਟੱਟੂਆਂ ਨੇ ਸਿਰਫ ਆਪਣਾ ਬਿਆਨੀਆਂ ਵੇਚਣਾ ਹੁੰਦਾ ਹੈ ਜਨਾਬ। ਤੁਸੀਂ ਅਗਲੇ 10 ਸਾਲ ਇਹੋ ਹੀ ਖਬਰਾਂ ਇਨਸ਼ਾਅੱਲਾ ਸੁਣਦੇ ਰਹੋਗੇ ਕਿ ਜਨਾਬ ਸ਼ਰਮਨਾਕ ਵਾਕਿਆ,
शहबाज शरीफ की छुट्टी, फील्ड मार्शल मान गया, फील्ड मार्शल फस गया, यह गल्लां तुसीं सुनते रहोगे इंशाअल्लाह। आंदे ने ना डाढ़े दी डाढ़ ते लिस्से दी गाल, यह बैठ के ते एक तरह दियां छुपियां छुपाइयां फील्ड मार्शल नूं ते हुकूमत नूं गालां कढ रहे होंदे ने ते बाकी टट्टू बैठ के ते सुन के ते अपना दिल ठंडा कर रहे होंदे ने। बस इन्ना कुछ ही है, इन्नी ताड़ा इन्ना है, होर कुछ भी नहीं। बहरहाल इन्हां दी यह ख्वाहिश इंशाअल्लाह कदी भी पूरी नहीं होनी। इन्हां दियां पुठियां ख्वाहिशां ने, उल्टियां ख्वाहिशां ने। ख्वाहिश इन्हां दी की है कि जनाब आर्मी सियासत विच मुदाखलत ना करे, लेकिन सियासी गुफ्तगू असां ने आर्मी नाल करनी है। इद्दत तो पहला इमरान खान निकाह कर लेवे ते खैर, लेकिन इद्दत ते केस उत्ते असां ने गल नहीं करनी। इमरान खान दा प्यो बेशक गद्दार डिक्लेयर किया गया, लेकिन फैमिली मैटर उत्ते असां ने गल नहीं करनी। बिलावल खान जदों कहंदा है कि कांपे टांग जाती हैं, ओदा सारी दुनिया च मजाक उड़ाना है, ते इमरान खान दे पुत्रां उत्ते गल नहीं करनी क्योंकि वो गैर सियासी ने। मरियम नूं बाजी बाजी कह के ते 5000 गालां कढणियां ने, लेकिन बुशरा बीबी उत्ते गल नहीं करनी क्योंकि वो पीरनी है, गैर सियासी है। हालांकि सियासत विच ओदी पूरी मुखालफत, ओदा हाथ बल्कि ओदी बांह हुंदी सी, पर ओदी उत्ते गल नहीं करनी। ਇਹ ख्वाहिशां ते ਇਹ ਗੱਲਾਂ ਨੇ ਜਨਾਬ ਜਿਹੜੀਆਂ ਕਿ ਕਿਸੇ ਪਾਕਿਸਤਾਨ ਟੱਟੂ ਇਤਿਹਾਦ ਦੇ ਟੱਟੂ ਨੂੰ ਸਮਝ ਨਹੀਂ ਆਉਂਦੀਆਂ, ਤੇ ਉਹ ਇਹਨਾਂ ਦੀਆਂ ਖਾਮੋਸ਼ ਗਾਲਾਂ ਸੁਣ ਕੇ ਆਪਣਾ ਦਿਲ ਠੰਡਾ ਕਰ ਰਹੇ ਹੁੰਦੇ ਨੇ। ਇਨਸ਼ਾਅੱਲਾ ਇਹਨਾਂ ਦੀ ਇਹ ख्वाहिश ਕਦੀ ਵੀ ਪੂਰੀ ਨਹੀਂ ਹੋਏਗੀ ਜਨਾਬ। ਅਗਲੇ 10 ਸਾਲ ਤੇ ਇਨਸ਼ਾਅੱਲਾ ਫੀਲਡ ਮਾਰਸ਼ਲ ਸਾਹਿਬ ਪੱਕਾ। ਉਹਦੇ ਬਾਅਦ ਇਮਰਾਨ ਖਾਨ 85 ਸਾਲ ਦਾ ਬੁੱਢਾ ਜੇ ਜਿੰਦਾ ਰਿਹਾ ਤੇ ਜ਼ਿੰਦਗੀ ਮੌਤ ਰੱਬ ਦੇ ਹੱਥ 'ਚ, ਜੇ ਜਿੰਦਾ ਰਿਹਾ ਤੇ ਉਹਨੂੰ ਟੁਰਨਾ ਮੁਸ਼ਕਲ ਹੋ ਜਾਣਾ ਹੈ। ਉਹਨੂੰ ਟੁਰਨੇ ਵਾਸਤੇ ਕਿਸੇ ਦੀ ਹੈਲਪ ਲੈਣੀ ਪੈਣੀ ਹੈ। 85 ਸਾਲ ਦਾ ਬੁੱਢਾ, हुकूमत ते भोली जाओ, हुकूमत के ख्वाब देखने फिर भोली जाओ खान वास्ते। इसकी ते इंशाअल्लाह इन्हां दे ख्वाब ही लाने ने जनाब। इन्हां नूं ख्वाब वेखण दिओ, खामोश गालां सुन के अपना दिल ठंडा करन दिओ। तुहानूं मैं एक दफ़ा फिर कहांगा कि जिहड़े भाई ने सच्चियां खबरां सुननियां ने ना, ते ओह ऑथेंटिक चैनल्स दा काम, साडा काम सिर्फ बह के उन्हां उत्ते अपनी राय देना ते तुहाडे नाल गपशप मारना जनाब। जे गपशप साडी चंगी लगी होवे ते साडे चैनल नूं सबसक्राइब करना ते वीडियो शेयर करना बिल्कुल भी नहीं भुलना। साडा अजीम फील्ड मार्शल साहब जिंदाबाद, पाकिस्तान हमेशा जिंदाबाद जनाब। खुदा हाफिज़, अस्सलाम वालेकुम।